ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਤੁਹਾਡਾ ਕਵਿਤਾ ਸਿੰਘ ਤੇ ਖਬਰਾਂ ਦਾ ਆਗਾਜ਼ ਕਰਾਂਗੇ ਸਭ ਤੋਂ ਪਹਿਲਾਂ ਹੈਡਲਾਈਨਸ ਦੇ ਨਾਲ। ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ ਭਾਈ ਅਨੋਖ ਸਿੰਘ ਬੱਬਰ ਅਤੇ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ। ਰਾਗੀ ਸਿੰਘਾਂ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੇ ਨਾਲ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ। उन्नीस सौ 47 ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਨਾਲ ਕੀਤਾ ਜਾਂਦਾ ਆ ਰਿਹਾ ਹੈ ਵਿਤਕਰਾ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ। ਯਾਰੀਆਂ 2 ਫਿਲਮ ਦੇ ਗਾਣੇ ਦੇ ਵਿੱਚ ਸਿੱਖ ਕਕਾਰਾਂ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਕੀਤੀ ਜਾਵੇਗੀ ਕਾਰਵਾਈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਾਰਵਾਈ ਦਾ ਕੀਤਾ ਦਾਅਵਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਿੱਖ ਸੰਘਰਸ਼ ਦੇ ਨਾਇਕ ਭਾਈ ਅਨੋਖ ਸਿੰਘ ਬੱਬਰ ਦਾ 36ਵਾਂ ਅਤੇ ਭਾਈ ਸੁਖਦੇਵ ਸਿੰਘ ਬੱਬਰ ਦਾ 31ਵਾਂ ਸ਼ਹੀਦੀ ਦਿਹਾੜਾ ਪੰਥਕ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਪਹਿਲੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਤਿਕਾਰ ਤੇ ਸ਼ਰਧਾ ਦੇ ਨਾਲ ਮਨਾਇਆ। ਅਖੰਡ ਕੀਰਤਨੀ ਜਥਿਆਂ ਦਾ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਅੱਜ ਸਵੇਰੇ ਪਾਇਆ ਗਿਆ। ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੇ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਬਖਸ਼ੀਸ਼ ਸਿੰਘ ਨੇ ਦੱਸਿਆ ਕਿ 1978 ਦੀ ਵਿਸਾਖੀ ਮੌਕੇ ਨਰਕਧਾਰੀਆਂ ਦਾ ਵਿਰੋਧ ਕਰਦਿਆਂ ਸ਼ਹੀਦ ਹੋਏ ਸਿੰਘਾਂ ਦਾ ਇਨਸਾਫ ਜਦ ਸਰਕਾਰ ਨਹੀਂ ਦੇ ਸਕੀ ਤਾਂ ਇਹਨਾਂ ਸਿੰਘਾਂ ਨੇ ਜਥੇਬੰਦ ਹੋ ਕੇ ਖਾਲਸਾਈ ਸਿਧਾਂਤਾਂ ਦੇ ਮੁਤਾਬਿਕ ਕਾਰਜ ਕੀਤੇ। ਉਹਨਾਂ ਕਿਹਾ ਕਿ ਕੌਮ ਨੂੰ ਹਮੇਸ਼ਾ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਅੱਜ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੀ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਵਧਾਈ ਦਿੱਤੀ ਤਾਂ ਉੱਥੇ ਹੀ ਉਹਨਾਂ ਮੌਜੂਦਾ ਸਰਕਾਰਾਂ ਨੂੰ ਵੀ ਘੇਰਿਆ। ਉਹਨਾਂ ਕਿਹਾ ਕਿ 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਨਾਲ ਵਿਤਕਰਾ ਹੀ ਕੀਤਾ ਜਾਂਦਾ ਰਿਹਾ ਹੈ। ਮਨ 'ਚ ਇੱਕ ਸਵਾਲ ਪੈਦਾ ਹੁੰਦਾ ਹੈ ਸਾਨੂੰ ਹੀ ਮਾਰਨ ਦਾ ਯਤਨ ਕਿਉਂ ਹੁੰਦਾ? ਜੇ ਮੌਜੂਦਾ ਸਰਕਾਰਾਂ ਉਹ ਵੀ ਸਾਨੂੰ ਨੱਪਣ ਤੇ ਰਹਿੰਦੀਆਂ। 1947 ਤੋਂ ਲੈ ਕੇ ਹੁਣ ਤੱਕ ਸਾਨੂੰ ਨੱਪਣ ਤੇ ਹੀ ਜ਼ੋਰ ਲਾਇਆ ਜਿੰਨਾ ਲੱਗਿਆ। ਅੰਗਰੇਜ਼ਾਂ ਨੇ ਵੀ ਸਾਨੂੰ ਕੋਈ ਥਾਲੀਆਂ 'ਚ ਪਾ ਕੇ ਫੁੱਲ ਨਹੀਂ ਦਿੱਤੇ, ਉਹਨਾਂ ਨੇ ਵੀ ਸਾਡੇ ਨਾਲ ਧੱਕੇ ਕੀਤੇ ਤੇ ਮੁਗਲਾਂ ਨੇ ਵੀ ਕੋਈ ਜਿਹੜਾ ਘੱਟ ਨਹੀਂ ਗੁਜ਼ਾਰੀ, ਉਹਨਾਂ ਨੇ ਵੀ ਕਹਿਰ ਹੀ ਗੁਜ਼ਾਰਿਆ। ਕਾਰਨ ਕੀ ਹੈ? ਚਾਹੇ ਮੁਗਲਾਂ ਦੀ ਹਕੂਮਤ ਹੈ, ਚਾਹੇ ਉਹ ਬ੍ਰਿਟਿਸ਼ਾਂ ਦੀ ਹਕੂਮਤ ਹੈ, ਚਾਹੇ ਉਹ ਅੱਜ ਦੇਸੀਆਂ ਦੀ ਹਕੂਮਤ ਹੈ, ਸਾਨੂੰ ਹੀ ਨੱਪਣ ਤੇ ਕਿਉਂ ਰਹਿੰਦੀ ਹੈ? ਸਾਨੂੰ ਮਾਰਨ ਤੇ ਕਿਉਂ ਰਹਿੰਦੀ ਹੈ? ਸਾਡੇ ਹੱਕ ਜਿਹੜੇ ਉਹਨਾਂ ਨੂੰ ਕਿਉਂ ਚੁੱਭਦੇ ਆ? ਉਹਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਉਂਕਿ ਸਾਡੇ ਕੋਲੇ ਐਸਾ ਫਲਸਫਾ ਹੈ ਸਾਧ ਸੰਗਤ ਜੀ ਜਿਹੜਾ ਦੁਨੀਆ ਦੇ ਵਿੱਚ ਅਮਨੋ ਅਮਾਨ ਕਾਇਮ ਕਰ ਸਕਦਾ ਹੈ, ਜਿਹੜਾ ਦੁਨੀਆ ਦੇ ਵਿੱਚ ਦੁਨੀਆ ਨੂੰ ਬਹੁਤ ਕੁਝ ਜਿਹੜਾ ਹੈ ਉਹ ਦੇ ਸਕਦਾ ਹੈ। ਵਿਰੋਧ ਸਾਡਾ ਨਹੀਂ ਹੈ, ਵਿਰੋਧ ਉਸ ਫਲਸਫੇ ਦਾ ਹੈ ਜਿਸ ਨੂੰ ਅਸੀਂ ਮੰਨਦੇ ਹਾਂ, ਜਿਸ ਨੂੰ ਅਸੀਂ ਪ੍ਰਵਾਨ ਕਰਦੇ ਹਾਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ ਚੜਿਆ ਸੋਧਨ ਧਰਤ ਲੁਕਾਈ ਹੋਕਾ ਦੇਣ ਵਾਸਤੇ ਤੁਰੇ, ਇਹ ਵਿਰੋਧਤਾ ਉਦੋਂ ਸ਼ੁਰੂ ਹੋ ਗਈ ਸੀ। ਇਹ ਅੱਜ ਦੀ ਨਹੀਂ ਵਿਰੋਧਤਾ, ਇਹ ਉਦੋਂ ਹੀ ਵਿਰੋਧਤਾ ਸ਼ੁਰੂ ਹੋ ਗਈ ਸੀ ਜਦੋਂ ਗੁਰੂ ਨਾਨਕ ਸਾਹਿਬ ਸੱਚ ਦਾ ਹੋਕਾ ਦੇਣ ਵਾਸਤੇ ਤੁਰੇ। ਕਿਉਂ ਗੁਰੂ ਨਾਨਕ ਸਾਹਿਬ ਦੀ ਕਿਉਂ ਵਿਰੋਧਤਾ ਹੋਣ ਲੱਗ ਪਈ? ਕਿਸੇ ਨੇ ਮਸਤਾਨਾ ਕਿਹਾ, ਕਿਸੇ ਨੇ ਭੂਤਨਾ ਕਿਹਾ, ਕਿਸੇ ਨੇ ਬੇਤਾਲਾ ਕਿਹਾ ਗੁਰੂ ਨਾਨਕ ਸਾਹਿਬ ਨੂੰ। ਬਾਬਰ ਦੀਆਂ ਚੱਕੀਆਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੂੰ ਜਿਹੜੇ ਪੀੜੀਆਂ ਪਈਆਂ, ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਸੱਚ ਨਿਕਲ ਰਿਹਾ ਸੀ ਤੇ ਸੱਚ ਜਿਹੜਾ ਹੈ ਉਹ ਝੂਠਿਆਂ ਨੂੰ ਕਦੇ ਚੰਗਾ ਨਹੀਂ ਲੱਗਦਾ। ਕੌਣ ਚਾਹੁੰਦਾ ਹੈ ਕਿ ਹਨੇਰਾ ਰਵੇ ਪਿੰਡ ਦੇ ਅੰਦਰ, ਪਿੰਡ ਦੀਆਂ ਗਲੀਆਂ ਦੇ ਅੰਦਰ ਹਨੇਰਾ ਰਵੇ? ਚੋਰ ਚਾਹੁੰਦੇ ਆ, ਕਿਉਂਕਿ ਉਹਨਾਂ ਨੇ ਚੋਰੀ ਕਰਨੀ ਹੁੰਦੀ ਹੈ। ਜੇ ਹਨੇਰਾ ਹੋਊਗਾ ਤੇ ਉਹ ਆਰਾਮ ਨਾਲ ਚੋਰੀ ਕਰ ਸਕਦੇ ਆ
ਤੇ ਜੇ ਚਾਨਣ ਹੋਊਗਾ ਤਾਂ ਉਹਨਾਂ ਨੂੰ ਚੋਰੀ ਕਰਨੀ ਬੜੀ ਔਖੀ ਹੈ। ਸਿੱਖਾਂ ਨੂੰ ਚੜਾਉਣ ਦੇ ਲਈ ਵਾਰ-ਵਾਰ ਕਈ ਫਿਲਮਾਂ ਦੇ ਵਿੱਚ ਸਿੱਖ ਕਕਾਰਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਅਤੇ ਹੁਣ ਇੱਕ ਹੋਰ ਫਿਲਮ ਆਈ ਹੈ ਜਿਸ ਦਾ ਨਾਮ ਹੈ ਯਾਰੀਆਂ 2। ਇਸ ਫਿਲਮ ਦੇ ਇੱਕ ਗਾਣੇ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਕਰਦਿਆਂ ਇੱਕ ਲੜਕੇ ਦੇ ਵੱਲੋਂ ਸ਼੍ਰੀ ਸਾਹਿਬ ਪਾਈ ਹੋਈ ਨਜ਼ਰ ਆਉਂਦੀ ਹੈ, ਜਿਸ ਕਾਰਨ ਸਿੱਖਾਂ ਦੇ ਵਿੱਚ ਕਾਫੀ ਰੋਸ ਹੈ। ਇਸ ਮਾਮਲੇ ਦੇ ਉੱਤੇ ਹੁਣ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਾਰਵਾਈ ਕਰਨ ਦੀ ਤਿਆਰੀ ਕੀਤੀ ਗਈ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਹ ਟ੍ਰੇਲਰ ਦਾ ਮਤਲਬ ਇਹ ਹੈ ਕਿ ਸਿੱਖੀ ਦੇ ਭਾਵਨਾ ਨਾਲ ਜੁੜਿਆ ਮੁੱਦਾ ਜਿਹੜਾ ਵਾ ਪੰਜ ਕਕਾਰ ਹੈ। ਕਕਾਰਾਂ ਦੇ ਵਿੱਚ ਇੱਕ ਕਿਰਪਾਨ ਹੈ ਜਿਹੜੀ ਕਿ ਗਾਤਰੇ ਨਾਲ ਸ੍ਰੀ ਸਾਹਿਬ ਦੇ ਤੌਰ ਤੇ ਪਈ ਨਹੀਂ ਜਾਂਦੀ ਆ, ਇੱਕ ਸਾਡੇ ਸਰੀਰ ਦਾ ਇੱਕ ਅੰਗ ਹੈ ਤੇ ਉਸ ਨੂੰ ਪਾ ਕੇ ਇਹਨਾਂ ਨੇ ਵਿਵਾਦ ਪੈਦਾ ਕੀਤਾ ਗਿਆ। ਇਹਨਾਂ ਨੇ ਇੰਨੀ ਜ਼ੁਰਤ ਕਿਵੇਂ ਕਰ ਲਈ ਆ? ਸਾਨੂੰ ਇਸ ਗੱਲ ਲਈ ਅੱਜ ਫਿਕਰਮੰਦੀ ਹੈ ਕਿ ਕੱਲ ਕੋਈ ਗਦਰ ਵਾਲਾ ਉੱਠਦਾ ਤੇ ਅੱਜ ਯਾਰੀਆਂ ਵਾਲਾ ਉੱਠਦਾ, ਪਰਸੋਂ ਨੂੰ ਕੋਈ ਹੋਰ ਉੱਠੇਗਾ ਜਿਹੜਾ ਸਿੱਖਾਂ ਦੇ ਭਾਵਨਾ ਨਾਲ ਖਿਲਵਾੜ ਕਰੇਗਾ। ਕੋਈ ਗੁਰਦੁਆਰੇ 'ਚ ਡਾਂਸ ਕਰਾ ਰਿਹਾ, ਕੋਈ ਗੁਰਦੁਆਰੇ ਰਮਾਂਸ ਕਰ ਰਿਹਾ। ਕੋਈ ਗੁਰਦੁਆਰੇ ਦੀ ਇੱਕ ਮਰਜ਼ਾਦਾ ਹੁੰਦੀ ਆ ਤੇ ਕਕਾਰਾਂ ਦੀ ਤੇ ਰਹਿਤ ਦੀ ਜਿਹੜੀ ਆ ਸਿੱਖਾਂ ਦੇ ਉਹ ਮਰਜ਼ਾਦਾ ਵਾ, ਕਦੇ ਇਤਿਹਾਸ ਨਾਲ ਖਿਲਵਾੜ ਹੁੰਦਾ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਸ ਲਈ ਸਖਤ ਜਿਹੜਾ ਰੁਖ ਅਖਤਿਆਰ ਕੀਤਾ। ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਤੋ ਇਹ ਗੱਲ ਮੈਂ ਇਦੂਗਾ ਇੱਕ ਹੋਰ ਗੱਲ ਆ ਗਈ ਆ ਕਿ ਇੱਕ ਕਹਿੰਦੇ ਚੋਰੀ ਤੇ ਦੂਜੀ ਕਿਤੇ ਸੀਨਾ ਚੋਰੀ। ਉਹ ਚੋਰੀ ਕੀਤੀ ਆ ਉਹਨਾਂ ਨੇ, ਸ਼ਰੇਆਮ ਪਤਾ ਲੱਗਦਾ ਕਿ ਜਿਹੜਾ ਕੁਝ ਕੀਤਾ ਜਾ ਰਿਹਾ ਤੇ ਉਤੋਂ ਜਿਹੜੀ ਆ ਇਹ ਤੇ ਹੋਰ ਇੱਕ ਜੁਰਮ ਕਰ ਰਹੇ ਨੇ ਉਹ ਜਿਹੜੇ ਉਹਨਾਂ ਦੇ ਡਾਇਰੈਕਟਰ ਆ ਜਾਂ ਬੋਲ ਰਹੇ ਨੇ ਕਿ ਇਹ ਤਾਂ ਜੀ ਖੁਖਰੀ ਪਾਈ ਆ। ਸੋ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਸਾਨੂੰ ਸਾਰਾ ਕੁਝ ਪਤਾ ਹੈ। ਜਿੱਦਣ ਇਹ ਗੱਲ ਤੁਹਾਨੂੰ ਅਸੀਂ ਦੱਸਣ ਲੱਗੇ ਨਾ ਕਿ ਇਹ ਸ੍ਰੀ ਸਾਹਿਬ ਆ ਕਿ ਇਹ ਖੁਖਰੀ ਆ ਤੇ ਫਿਰ ਤੁਹਾਨੂੰ ਨਾਨੀ ਯਾਦ ਆ ਗਏ ਜੀ। ਗੱਲ ਮੇਰੇ ਸ਼ਬਦ ਜਿਹੜੇ ਆ ਸਖਤ ਨੇ। ਸੋ ਅਸੀਂ ਇਸ ਕਰਕੇ ਇਹ ਜਿਹੜਾ ਇਹਨਾਂ ਦੀ ਕੀਤੀ ਕਾਰਵਾਈ ਹੈ ਦੇ ਨਾਲ ਖਿਲਾਫ ਮੈਂ ਠੀਕ ਆ ਕਿ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਗੱਲ ਲਈ ਹੁਕਮ ਜਾਰੀ ਕਰ ਦਿੱਤੇ ਨੇ, ਮੈਂ ਇਸ ਗੱਲ ਦਾ ਵੀ ਵਿਸ਼ੇਸ਼ ਕਰਕੇ ਜ਼ਿਕਰ ਕਰਦਾ ਕਿ ਬੀਜੇਪੀ ਦੇ ਇੱਕ ਸਿੱਖ ਆਗੂ ਆਰਪੀ ਸਿੰਘ ਉਹਨਾਂ ਨੇ ਇਸ ਗੱਲ ਦਾ ਨੋਟਿਸ ਜ਼ਰੂਰ ਲਿਆ, ਪਰ ਅਸੀਂ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਪਰ ਕਾਰਵਾਈ ਕਿਉਂ ਨਹੀਂ ਗਈ। ਪਿਛਲੇ ਲੰਬੇ ਸਮੇਂ ਤੋਂ ਇਸ ਬਾਰੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਜਿਹੜੇ ਵਿਚਾਰ ਹੈ ਉਹ ਦਿੰਦੀ ਆ ਰਹੀ ਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਹੁਤ ਵਾਰ ਉਹਦੇ 'ਚੋਂ ਇੱਕ ਵਾਰ ਦਾ ਮਤਾ ਜਿਹੜਾ ਕਿ 2016 ਦੇ ਵਿੱਚ ਜਿਹੜਾ ਕਿ ਇਹ ਮਤਾ ਜਿਹੜਾ ਜਾਰੀ ਕੀਤਾ ਗਿਆ ਤੇ ਸਰਕਾਰ ਨੂੰ ਭੇਜਿਆ ਗਿਆ ਕਿ ਜਿਹੜਾ ਸੈਂਸਰ ਬੋਰਡ ਆ, ਹੁਣ ਮੈਨੂੰ ਇਹ ਦੱਸੋ ਕਿ ਸੈਂਸਰ ਬੋਰਡ ਜਿਹੜਾ ਵਾ ਉਹ ਖਾਲੜਾ ਸਾਹਿਬ ਦੀ ਫਿਲਮ ਤੇ 21 ਕੱਟ ਲਾਉਣ ਦੇ ਲਈ ਤਾਂ ਬਹੁਤ ਚਕੰਨਾ, ਕੀ ਉਹਨੂੰ ਦਿਖਾਈ ਨਹੀਂ ਦੇ ਰਿਹਾ ਕਿ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਜਿਹੜਾ ਸਾਹਿਬ ਵਾਲਾ ਮੁੱਦਾ ਵਾ ਇਹ ਅੱਖਾਂ ਮੂੰਦ ਕੇ ਬੈਠੇ ਨੇ। ਇੱਥੇ ਸਿਰਫ ਪੈਸੇ ਦਾ ਖੇਲ ਆ ਤੇ ਅਸੀਂ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਭਾਰਤ ਦੇ ਵਿੱਚ ਕਾਨੂੰਨ ਬਹੁ ਗਿਣਤੀ ਦੇ ਲਈ ਹੋਰ ਹੈ ਅਤੇ ਘੱਟ ਗਿਣਤੀਆਂ ਦੇ ਲਈ ਹੋਰ। ਦਰਅਸਲ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਨੂਹ 'ਚ ਹੋਈ ਫਿਰਕੂ ਝੜਪਾਂ ਦੇ ਸਿਲਸਿਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਅਖੌਤੀ ਗਊ ਰੱਖਿਅਕ ਬਿੱਟੂ ਬਜਰੰਗੀ ਨੂੰ ਬੁੱਧਵਾਰ ਨੂੰ ਇੱਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਬਜਰੰਗੀ ਨੂੰ 17 ਅਗਸਤ ਨੂੰ ਨੂਹ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ 14 ਦਿਨ ਦੇ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ। ਉਹ ਫਰੀਦਾਬਾਦ ਜ਼ਿਲ੍ਹੇ ਦੇ ਵਿੱਚ ਸਥਿਤ ਨੀਮਕਾ ਜੇਲ੍ਹ ਦੇ ਵਿੱਚ ਬੰਦ ਹੈ। ਬਿੱਟੂ ਬਜਰੰਗੀ ਔਰ ਫਰਾਜ ਕੁਮਾਰ ਨੂੰ ਸਹਾਇਕ ਪੁਲਿਸ ਸੁਪਰੀਡੈਂਟ ਊਸ਼ਾ ਕੁੰਡੂ ਦੀ ਸ਼ਿਕਾਇਤ ਤੇ ਨੂਹ ਸਦਰ ਥਾਣੇ ਦੇ ਵਿੱਚ FIR ਦਰਜ ਹੋਣ ਤੋਂ ਬਾਅਦ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। FIR ਦੇ ਮੁਤਾਬਿਕ ਸੋਸ਼ਲ ਮੀਡੀਆ ਪੋਸਟ ਰਾਹੀਂ ਪਛਾਣੇ ਗਏ ਬਜਰੰਗੀ ਨੇ ਆਪਣੇ ਕੁਝ ਅਣਪਛਾਤੇ ਸਮਰਥਕਾਂ ਦੇ ਨਾਲ ASP ਕੁੰਡੂ ਦੀ ਅਗਵਾਈ ਵਾਲੀ ਪੁਲਿਸ ਟੀਮ ਦੇ ਨਾਲ ਗਲਤ ਰਵੱਈਆ ਕੀਤਾ ਸੀ ਅਤੇ ਉਸ ਨੂੰ ਧਮਕੀ ਵੀ ਦਿੱਤੀ ਸੀ। ਕੁੰਡੂ ਨੇ ਉਹਨਾਂ ਨੂੰ ਨਲਹੜ ਮੰਦਰ ਦੇ ਵਿੱਚ ਤਲਵਾਰ ਅਤੇ ਤ੍ਰਿਸ਼ੂਲ ਲਿਜਾਉਣ ਤੋਂ ਰੋਕਿਆ ਸੀ। ਕੁੰਡੂ ਨੇ ਕਿਹਾ ਕਿ ਜਦੋਂ ਭੀੜ ਨੂੰ ਰੁਕਣ ਦੇ ਲਈ ਕਿਹਾ ਗਿਆ ਤਾਂ ਉਹਨਾਂ ਨੇ ਪੁਲਿਸ ਦੇ ਖਿਲਾਫ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਨਾਲ ਹੱਥੋਂਬਾਈ ਕੀਤੀ ਅਤੇ ਪੁਲਿਸ ਵਾਹਨਾਂ ਦੇ ਵਿੱਚ ਰੱਖੇ ਉਹਨਾਂ ਦੇ ਹਥਿਆਰ ਵੀ ਖੋਲੇ ਗਏ। ਪੁਲਿਸ ਦਾ ਕਹਿਣਾ ਹੈ ਕਿ ਗਊ ਰੱਖਿਅਕ ਬਜਰੰਗ ਫੋਰਸ ਦੇ ਮੁਖੀ ਬਜਰੰਗੀ ਨੂੰ ਸ਼ੁਰੂ ਦੇ ਵਿੱਚ ਤਾਵੜੂ ਦੀ ਅਪਰਾਧ ਜਾਂਚ ਏਜੰਸੀ ਟੀਮ ਨੇ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਸੀ। ਨੂਹ ਦੇ ਵਿੱਚ 31 ਜੁਲਾਈ ਨੂੰ ਫਿਰਕੂ ਝੜਪ ਹੋਣ ਦੇ ਇੱਕ ਦਿਨ ਬਾਅਦ 1 ਅਗਸਤ ਨੂੰ ਬਜਰੰਗੀ ਨੂੰ ਫਰੀਦਾਬਾਦ ਪੁਲਿਸ ਨੇ ਭੜਕਾਊ ਭਾਸ਼ਣ ਅਤੇ ਜਨਤਕ ਰੂਪ ਦੇ ਨਾਲ ਹਥਿਆਰ ਲਹਿਰਾਉਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਸੀ।
ਪੁਲਿਸ ਨੇ ਦੱਸਿਆ ਕਿ ਨੂੰਹ ਦੇ ਵਿੱਚ ਹੋਈ ਹਿੰਸਾ ਦੇ ਸਿਲਸਿਲੇ ਦੇ ਵਿੱਚ ਹੁਣ ਤੱਕ 60 FIR ਦਰਜ ਕੀਤੀਆਂ ਗਈਆਂ ਨੇ ਅਤੇ 305 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪਰ ਹਾਲਾਤ ਖਰਾਬ ਕਰਨ ਵਾਲੇ ਅਜਿਹੇ ਸ਼ਖਸ ਨੂੰ ਜ਼ਮਾਨਤ ਦੇਣਾ ਕਿਧਰੇ ਨਾ ਕਿਧਰੇ ਦੋਸ਼ੀਆਂ ਨੂੰ ਹੱਲਾਸ਼ੇਰੀ ਦੇਣ ਦੇ ਬਰਾਬਰ ਹੈ ਤੇ ਇਸ ਦੇ ਨਤੀਜੇ ਦੇਸ਼ ਨੂੰ ਇੱਕ ਨਾ ਇੱਕ ਦਿਨ ਭੁਗਤਣੇ ਪੈ ਸਕਦੇ ਨੇ। ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸੂਬਾ ਪੱਧਰੀ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭੈਣਾਂ ਨੂੰ ਭਰਾ ਵੱਲੋਂ ਰੱਖੜੀ ਦਾ ਤੋਹਫਾ ਦਿੰਦਿਆਂ ਹੋਇਆਂ 5714 ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਮੁੱਖ ਮੰਤਰੀ ਨੇ ਆਂਗਨਵਾੜੀ ਵਰਕਰਾਂ ਤੋਂ ਰੱਖੜੀ ਵੀ ਬਣਵਾਈ। ਉਹਨਾਂ ਕਿਹਾ ਕਿ ਸਾਡੀਆਂ ਧੀਆਂ ਪੁੱਤਰਾਂ ਨਾਲੋਂ ਘੱਟ ਨਹੀਂ ਹਨ। ਤੁਹਾਨੂੰ ਦੱਸ ਦੇ ਕਿ ਇਸ ਮੌਕੇ CM ਮਾਨ ਆਪ ਸਰਕਾਰ ਦੀਆਂ ਤਾਰੀਫਾਂ ਦੇ ਪੁੱਲ ਬੰਦੇ ਹੋਏ ਵੀ ਨਜ਼ਰ ਆਏ। ਜਿਹੜੇ ਮਰਜ਼ੀ ਰਿਜ਼ਲਟ ਦੇਖ ਲਓ, ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਮੈਂ ਅਖਬਾਰ ਪੜ੍ਹਨ ਲੱਗਿਆ, ਮੈਂ ਤਾਂ ਕਦੇ ਖਬਰ ਕੋਈ ਹੋਰ ਦੇਖੀ ਹੋਈ ਨਹੀਂ। ਮੈਂ ਤਾਂ ਇਹੀ ਪੜ੍ਹਦਾ ਹੁੰਨਾ, 8ਵੀਂ ਚੋਂ ਕੁੜੀਆਂ ਨੇ ਫੇਰ ਮਾਰੀ ਬਾਜੀ, 10ਵੀਂ ਚੋਂ ਕੁੜੀਆਂ ਨੇ ਫੇਰ ਮਾਰੀ ਬਾਜੀ, 12ਵੀਂ ਚੋਂ ਕੁੜੀਆਂ ਫਸਟ, BA ਚੋਂ ਕੁੜੀਆਂ ਫਸਟ, MA ਚੋਂ ਕੁੜੀਆਂ ਫਸਟ। ਤੇ ਫਿਰ ਕਿਹੜੀ ਗੱਲੋਂ ਘੱਟ ਸੀ? ਅਸੀਂ ਉਹ ਕੌਮ ਹੈ। ਮੈਂ ਅੱਜ ਜਦੋਂ ਆ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀਗਾ ਰੇਲਵੇ ਲਾਈਨ, ਡਬਲ ਰੇਲਵੇ ਲਾਈਨ, ਮੈਂ ਹੈਲੀਕਾਪਟਰ ਤੇ ਆ ਰਿਹਾ ਸੀ ਜਿਹੜੀ ਲਾਹੌਰ ਤੋਂ ਦਿੱਲੀ ਜਾਂਦੀ। ਮੈਂ ਸੋਚ ਰਿਹਾ ਸੀ ਕਿੰਨੀ ਵਾਰੀ ਇਸ ਰੇਲਵੇ ਲਾਈਨ ਤੋਂ ਭਗਤ ਸਿੰਘ ਹੋਰੀ ਲੰਘੇ ਹੋਣਗੇ, ਕਿੰਨੀ ਵਾਰੀ ਇਧਰੋਂ ਇੱਧਰ ਕ੍ਰਾਂਤੀਕਾਰੀ ਗਏ ਹੋਣਗੇ। ਖੱਬੇ ਪਾਸੇ ਨੈਸ਼ਨਲ ਹਾਈਵੇ 1 ਸੀ ਲਾਹੌਰ ਤੋਂ ਦਿੱਲੀ, ਕਿੰਨੀ ਵਾਰੀ ਲੁਟੇਰੇ ਲੁੱਟਣ ਇੱਥੋਂ ਗਏ ਹੋਣਗੇ, ਕਿੰਨੀ ਵਾਰੀ ਦਿੱਲੀੋਂ ਲੁੱਟ ਕੇ ਇੱਧਰ ਨੂੰ ਗਏ ਹੋਣਗੇ। ਕਿੱਧਰ ਗਏ? ਭਗਤ ਸਿੰਘ ਹੋਰਾਂ ਦੇ ਮੇਲੇ ਲੱਗਦੇ ਆ, ਲੋਕ ਸਜਦਾ ਕਰਦੇ ਆ, ਤੇ ਲੁਟੇਰੇ ਕਿੱਧਰ ਗਏ? ਕੋਈ ਜਾਣਦਾ ਹੀ ਨਹੀਂ ਉਹਨਾਂ ਨੂੰ। ਕੀ ਲੈ ਗਏ ਨਾਲ? ਸੋ ਸਾਡੀ ਕੌਮ, ਸਾਡੀ DNA ਸਾਡਾ ਜਿਹੜਾ ਉਹ ਗਰੀਬਾਂ ਤੇ ਮਜਲੂਮਾਂ ਦੇ ਹੱਕ 'ਚ ਖੜਨ ਵਾਲਾ। ਜੇ 7:30 ਵਜੇ ਮੈਂ ਟਾਈਮ ਕੀਤਾ ਤਾਂ ਮੈਂ 7:30 ਵਜੇ ਜਾਂਦਾ ਸੀਗਾ ਆਪ ਕੰਮ ਕਰਨ। ਮੈਂ ਵੀ ਕੰਮ ਸਮਝਦਾ ਆਪਣੇ ਕੰਮ ਨੂੰ। ਰਿਕਾਰਡ ਕਰਾ ਕੇ ਦੇਖ ਲਿਓ, ਸੈਕਟਰੀਏਟ ਦੇ ਵਿੱਚ ਮੈਂ ਕਈ ਵਾਰੀ ਰਾਤ ਦੇ 8-8 ਵਜੇ ਤੱਕ ਬੈਠਾ ਆਪਣੇ ਦਫ਼ਤਰ 'ਚ ਕਿ ਫਾਈਲਾਂ ਪੂਰੀਆਂ ਨਹੀਂ ਹੋਈਆਂ। 8-8 ਵਜੇ ਤੱਕ ਰਾਤ ਦੇ ਮੈਂ ਕੰਮ ਕਰਦਾ। ਮੈਂ ਵੀ ਇਹਨੂੰ ਕੰਮ ਸਮਝਦਾ ਔਰ ਇਹ ਕੰਮ ਮੈਂ ਲੋਕਾਂ ਦੇ ਹੱਥ ਜੋੜ ਕੇ ਆਪ ਮੰਗਿਆ ਹੋਇਆ ਕਿ ਮੈਨੂੰ ਇਹ ਕੰਮ ਦਿਓ, ਫਿਰ ਤੁਸੀਂ ਦੇਖਿਓ। ਤੇ ਤੁਸੀਂ ਮੈਨੂੰ ਦੇਤਾ ਕੰਮ ਇਹ, ਹੁਣ ਤੁਸੀਂ ਵਿਹਲੇ ਹੋ, ਮੈਂ ਕੰਮ ਤੇ ਆ ਬਸ। ਸੋ ਮੈਂ ਕਹਿਣਾ ਕੰਮ ਕਰੀਏ, ਵਰਕ ਕਲਚਰ ਆਵੇ ਮਾਈਂਡ 'ਚ, ਠੀਕ ਹੈ ਨਾ। ਇਹ ਨਹੀਂ ਹੈਗਾ ਕਿ ਹੁਣ ਮੈਂ ਤੁਹਾਨੂੰ ਵੀ ਭੈਣ ਬਣ ਕੇ ਨਾ ਕਹਿਣਾ ਜੀ, ਸਭ ਤੋਂ ਵੱਡੀ ਮਿਹਨਤ ਹੁੰਦੀ ਹੈ ਭੈਣ ਬਣ ਕੇ, ਹੈ ਨਾ। ਲੈ ਹੁਣ ਲੱਗ ਤਾਂ ਜਾਊਂਗੀਆਂ ਭੈਣ ਬਣ ਕੇ ਬਦਲੀਆਂ ਵਾਸਤੇ ਨਾ। ਪਿਛਲੇ ਦਿਨੀ ਇੱਕ ਥਾਣੇਦਾਰ ਦੇ ਵੱਲੋਂ ਦੋ ਸਕੇ ਭਰਾਵਾਂ ਨੂੰ ਜ਼ਲੀਲ ਕਰਕੇ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਵੇਂ ਭਰਾਵਾਂ ਨੇ ਆਪਣੀ ਬੇਇੱਜ਼ਤੀ ਨਾ ਸਹਾਰਦਿਆਂ ਹੋਇਆਂ ਪਾਣੀ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਕਾਫੀ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਸੰਬੰਧਿਤ ਥਾਣੇਦਾਰ ਦੇ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਅਤੇ ਹੁਣ ਇਸ ਮਾਮਲੇ ਸੰਬੰਧੀ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਇਸ ਦੋਸ਼ੀ ਥਾਣੇਦਾਰ ਦੇ ਖਿਲਾਫ ਤੁਰੰਤ ਕਾਰਵਾਈ ਕਰੇ। ਇਹ ਵਿਚਾਰੇ ਇਹ ਜਿਹੜਾ ਮਾਨਵਜੀਤ ਸਿੰਘ ਸੀਗਾ, ਆਪਣੇ ਦੋਸਤ, ਇਹਦਾ ਨਾਮ ਵੀ ਮਾਨਵਜੀਤ ਉੱਪਲ ਆ ਮੋਗੇ ਤੋਂ, ਇਹਨਾਂ ਦੇ ਨਾਲ ਇਹ ਉਸ ਆਪਣੀ ਭੈਣ ਦੀ ਖਾਤਰ ਜਾਂਦੇ ਨੇ ਪੁਲਿਸ। ਇਹਨਾਂ ਦਾ ਕੋਈ ਪਰਸਨਲ ਕੋਈ ਲੈਣਾ ਦੇਣਾ ਨਹੀਂ ਸੀਗਾ, ਲੇਕਿਨ ਇਹਨਾਂ ਨੇ ਸਾਰੀ ਜਿਹੜੀ ਦਾਸਤਾਨ ਦੱਸੀ ਜੋ ਤੁਸੀਂ ਮੀਡੀਆ ਵਾਲਿਆਂ ਨੇ ਸੁਣੀ ਆ, ਕਿਸ ਢੰਗ ਦੇ ਨਾਲ ਉਹਨੂੰ ਜਲੀਲ ਕੀਤਾ ਗਿਆ, ਉਹਦੀ ਪੱਗ ਲਾ ਕੇ ਉਹਨੂੰ ਹਵਾਲਾ 'ਚ ਬੰਦ ਕੀਤਾ ਗਿਆ ਔਰ ਉਹਨੂੰ ਸਵੇਰੇ 1 ਵਜੇ ਤੋਂ ਲੈ ਕੇ ਉਹਦੀ 7:51 ਕਰਦੇ ਨੇ ਸ਼ਾਮ ਨੂੰ ਤਕਰੀਬਨ 7 ਵਜੇ, ਤਾਂ ਕਿ ਇਹਦੀ ਜ਼ਮਾਨਤ ਨਾ ਹੋ ਸਕੇ, ਇਹਨੂੰ ਥਾਣੇ ਵਿੱਚ ਰੱਖਿਆ ਜਾਵੇ। ਸਾਰੇ CCTV ਕਹਿੰਦੇ ਥਾਣੇ ਦੇ ਖਰਾਬ ਹੋ ਚੁੱਕੇ ਨੇ, ਜਿਹੜੇ ਕਿ ਸਰਾਸਰ ਝੂਠ ਆ। ਜੇ ਸਾਰੇ ਪੰਜਾਬ ਦੇ CCTV ਪੁਲਿਸ ਸਟੇਸ਼ਨਾਂ ਅੰਦਰ ਚੱਲਦੇ ਆ ਤੇ ਇਸ ਪੁਲਿਸ ਸਟੇਸ਼ਨ ਦਾ ਉਦਣ CCTV ਕਿਉਂ ਖਰਾਬ ਹੈ? ਜਦੋਂ ਮਾਨਵਜੀਤ ਦੇ ਨਾਲ ਇਹਨਾਂ ਨੇ ਧੱਕੇਸ਼ਾਹੀ ਕੀਤੀ, ਉਹਦੇ ਕੱਪੜੇ ਪਾੜੇ ਨੇ, ਉਹਨੂੰ ਬੇਸਿਕਲੀ ਇੱਕ ਆਦਮੀ ਨੂੰ ਜਦੋਂ ਆਪਾਂ ਟੌਰਚਰ ਕਰਦੇ, ਮੈਂਟਲ ਟੌਰਚਰ, ਮਾਨਸਿਕ ਤੌਰ ਤੇ ਇੰਨਾ ਟੌਰਚਰ ਕੀਤਾ ਕਿ ਜਦੋਂ ਜਸ਼ਨ ਉਹਦਾ ਭਰਾ ਉਹਨੂੰ ਮਿਲਣ ਆਉਂਦਾ ਅਗਲੇ ਦਿਨ
ਔਰ ਉਹਨੂੰ ਪਾਣੀ ਵਗੈਰਾ ਤੇ ਉਹਨੂੰ ਕੋਈ ਕੱਪੜੇ ਦੇਣ ਦੀ ਗੱਲ ਕਰਦਾ, ਫਿਰ ਉਹਦੀ ਬੇਇੱਜ਼ਤੀ ਕਰਦੇ ਨੇ ਸਾਰੇ। ਆਹ ਰਵੱਈਆ ਪੰਜਾਬ ਦੀ ਪੁਲਿਸ ਦਾ 21ਵੀਂ ਸਦੀ ਦੇ ਅੱਜ ਦੇ ਯੁੱਗ ਵਿੱਚ ਆ। ਔਰ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਪਿਛਲੇ ਦਿਨਾਂ ਵਿੱਚ ਲਾਅ ਐਂਡ ਆਰਡਰ ਨੂੰ ਸਾਈਟ ਕਰ ਰਹੇ ਸੀਗੇ ਕਿ ਸਾਡੇ ਪੰਜਾਬ ਦੇ ਵਿੱਚ ਪਤਾ ਨਹੀਂ 50,000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਗਈ ਹੈ, ਲਾਅ ਐਂਡ ਆਰਡਰ ਤਾਂ ਬਹੁਤ ਹੀ ਅੱਛਾ ਵਾ। ਵੈਸੇ ਤਾਂ 50,000 ਵਾਲੀ ਵੀ ਝੂਠੀ ਗੱਲ ਹੈ, ਉਹ ਆਰਟੀਆਈ ਐਕਟਿਵਿਸਟ ਨੇ ਉਸ ਨੂੰ ਕਰਤਾ ਬੇਨਕਾਬ। ਪਰ ਕੀ ਦੱਸ ਸਕਦੇ ਤੁਸੀਂ ਕਿ ਜਲੰਧਰ ਸ਼ਹਿਰ, ਵਨ ਆਫ ਦਾ ਮੋਸਟ ਪ੍ਰੋਗਰੈਸਿਵ ਸਿਟੀਜ਼ ਆਫ ਪੰਜਾਬ, ਇੱਥੋਂ ਦੇ ਪੁਲਿਸ ਆਫਸਰਸ ਇੱਕ ਔਰਤ ਦੇ ਮਸਲੇ ਨੂੰ ਲੈ ਕੇ ਇਹਨਾਂ ਦਾ ਰਵੱਈਆ ਕੀ ਹੈਗਾ? ਕੀ ਇਹ ਲਾਅ ਐਂਡ ਆਰਡਰ ਹੈ? ਔਰ 13 ਦਿਨ ਹੋ ਗਏ ਨੇ, 13 ਦਿਨਾਂ ਦੇ ਵਿੱਚ ਹਲੇ ਤੱਕ ਢਿੱਲੋਂ ਪਰਿਵਾਰ ਨੂੰ ਇਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ। ਮੈਂ ਐਸਐਸਪੀ ਕਪੂਰਥਲਾ ਨਾਲ ਬਜ਼ਾਤੇ ਖੁਦ ਗੱਲ ਕੀਤੀ ਆ, ਸਿਰਫ ਇੱਕ ਡੀਡੀਆਰ ਕੱਟੀ ਗਈ ਕਿਉਂਕਿ ਪੁਲਿਸ ਸਟੇਸ਼ਨ ਤਲਵੰਡੀ ਚੌਧਰੀਆਂ ਪੈਂਦਾ, ਉੱਥੇ ਜਿਹੜਾ ਦਰਿਆ ਬਿਆਸ ਤੇ ਜਿਹੜਾ ਇਨਸੀਡੈਂਟ ਹੋਇਆ ਕਪੂਰਥਲੇ ਜ਼ਿਲ੍ਹੇ ਦਾ, ਤੇ ਇਹਨਾਂ ਦੇ ਇੱਕ ਥਾਣੇਦਾਰ ਨੂੰ, ਉਹ ਵੀ ਪਬਲਿਕ ਹੂ ਐਂਡ ਕਰਾਈ, ਮੀਡੀਆ ਨੇ ਮਸਲਾ ਉਠਾਇਆ, ਤੁਹਾਡੇ ਵਰਗੇ ਚੰਗੇ ਮੀਡੀਆ ਵਾਲਿਆਂ ਨੇ, ਤਾਂ ਉਹਨੂੰ ਲਾਈਨ ਹਾਜ਼ਰ ਕੀਤਾ। 2 ਬੰਦਿਆਂ ਦੀ ਯਾਰ ਉਹ ਜਾਨ ਗਈ ਆ ਪੁਲਿਸ ਦੇ ਨਾ ਅਹਿਲੀਅਤ ਕਰਕੇ, ਉਹਨਾਂ ਦੀ ਨਲਾਇਕੀ ਦੇ ਕਰਕੇ, ਉਹਨਾਂ ਦੇ ਤਸ਼ੱਦਦ ਦੇ ਕਰਕੇ, ਉਹਨਾਂ ਦੇ ਮੈਂਟਲ ਟੌਰਚਰ ਦੇ ਕਰਕੇ। ਐਂਡ ਵਾਟ ਇਜ਼ ਦ ਪਨਿਸ਼ਮੈਂਟ ਟੂ ਦੀ ਐਸਐਚਓ? ਸਿਰਫ ਲਾਈਨ ਹਾਜ਼ਰ। ਤੇ ਉਧਰ ਅੱਜ ਨਕੋਦਰ ਦੇ ਵਿੱਚ ਇੱਕ ਕਪੂਤ ਨੇ ਆਪਣੇ ਪਿਓ ਦੇ ਉੱਪਰ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਾਣਕਾਰੀ ਦੇ ਮੁਤਾਬਕ ਜਿਸ ਵੇਲੇ ਇਹ ਵਾਰਦਾਤ ਵਾਪਰੀ, ਉਸ ਵੇਲੇ ਜ਼ਖਮੀ ਵਿਅਕਤੀ ਦੀ ਪਤਨੀ ਆਪਣੇ ਪੇਕੇ ਰੱਖੜੀ ਬੰਨਣ ਗਈ ਹੋਈ ਸੀ। ਪੀੜਤ ਔਰਤ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸ ਦਾ ਪੁੱਤਰ ਸ਼ਰਾਬੀ ਹੈ ਅਤੇ ਨਸ਼ੇ ਕਰਦਾ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਦੋਸ਼ੀ ਫਰਾਰ ਹੈ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਤਰਾ ਮੇਰਾ ਪੁੱਤਰਾ 30 ਲੱਖ ਰੁਪਇਆ ਦਾ ਕਰਜ਼ਾ ਲਾਇਆ, 30 ਲੱਖ ਰੁਪਇਆ ਦਾ ਜਾੜ ਕੇ ਆਣ ਕੇ ਇੱਥੇ ਬਹਿ ਗਿਆ। ਇੱਥੇ ਸਾਨੂੰ ਵੀ ਜਾਣਾ ਪਾਤਾ। ਮੇਰਾ ਪੁੱਤਰਾ ਦਾ ਇੰਨੀ ਮਿਹਨਤ ਦੀ ਕਮਾਈ ਨੇ ਲੈ ਕੇ ਲਾਤੀ, ਜਨਾਨੀ ਨੂੰ ਭਜਾਤਾ, ਜਨਾਨੀ ਨੂੰ ਪੈਸੇ ਦੇਤੇ, ਸਾਰਾ ਕੁਝ ਚੋਰੀ ਇੱਥੋਂ ਸਮਾਨ ਪਹਿਲੇ ਵੇਚ ਕੇ ਗਿਆ। ਇਹਨੇ ਬੁਰਾ ਹਾਲ ਕੀਤਾ, ਇਹਨੇ ਸਾਡੀ ਮਿੱਟੀ ਬਰੀਤ ਕਰ ਦਿੱਤੀ। ਹੁਣ ਰਹਿੰਦਾ ਕਹਿੰਦਾ ਆਪਣੇ ਪਿਓ ਨੂੰ ਮਾਰ ਦਿੱਤਾ। ਪਹਿਲੇ ਉਹ ਜਨਾਨੀ ਉਧਰੋਂ ਬਾਹਰ ਗਏ, ਬਾਹਰੋਂ ਜਨਾਨੀ ਉਹਦੀ ਭੱਜ ਗਈ, ਕੁੜੀ ਭੱਜ ਗਈ, ਮਰ ਜਾਂਦੇ ਉਧਰ। ਅਸੀਂ ਇੱਧਰ ਮੰਗਾਲਾ ਕਿ ਮਰ ਜਾਏਗਾ ਕੱਲਾ ਹੀ। ਇੱਧਰ ਆਣ ਕੇ ਇੰਨੀ ਸੇਵਾ ਕੀਤੀ ਬਿਮਾਰ ਨੂੰ, ਹਰਜੀਤ ਸਿੰਘ। ਅਸੀਂ ਕਿਹਾ ਚੱਲ ਇਹਦੀ ਸੇਵਾ ਕਰਾਂਗੇ, ਠੀਕ ਹੋ ਜਾਏਗਾ। ਮੈਂ ਅੱਜ ਹੀ ਘਰੋਂ ਗਈ ਹਾਂ, ਮੇਰੇ ਬੰਦੇ ਨੂੰ ਕੋ ਛੱਡਿਆ ਬੱਕਰੇ ਮਗਰ। ਮੇਰਾ ਕੋਈ ਨਹੀਂ ਇੱਥੇ ਰਹੇਗਾ ਜੀ, ਮੈਂ ਮਰ ਜਾਂਗੀ। ਮੇਰਾ ਬੰਦਾ ਮਰ ਗਿਆ। ਮੈਂ ਲੁਧਿਆਣੇ ਗਈ ਸੀ, ਲੱਕੜੀਆਂ ਦੇਣ ਵਾਸਤੇ ਮੈਨੂੰ ਛੱਡ ਕੇ ਆਇਆ ਆਪ ਜਾ ਕੇ। ਮੈਨੂੰ ਕਹਿੰਦਾ ਮੰਮੀ ਤੂੰ ਕਦੋਂ ਆਉਣਾ? ਮੈਂ ਕਿਹਾ ਮੈਂ ਆਵਾਂਗੀ, ਮੈਂ ਤੈਨੂੰ ਸ਼ਿੰਦਾ ਫੋਨ ਕਰਾਂਗੀ ਬਾਈਪਾਸ ਤੋਂ। ਮੈਨੂੰ ਮੁੜ ਕੇ ਇੱਧਰ ਉੱਧਰ ਬੂਹਾ ਮਾਰ ਕੇ ਉਹਨੂੰ ਡੱਕ ਕੇ ਚੱਲ ਗਿਆ, ਮਾਰ ਕੇ ਮੈਨੂੰ ਭਾਈ ਨੇ ਫੋਨ ਕੀਤਾ। ਖਾਂਦਾ ਹੁੰਦਾ ਵੀ ਸੀ ਤੁਹਾਡਾ ਮੁੰਡਾ? ਸ਼ਰਾਬ ਪੀਂਦਾ ਪੁੱਤਰ, ਸ਼ਰਾਬ ਪੀਂਦਾ, ਪਤਾ ਨਹੀਂ ਕੀ ਸਵਾਵਾਂ ਖਾਂਦਾ ਕੀ ਨਹੀਂ ਖਾਂਦਾ। हाँ जी, एक इन्फॉर्मेशन आई सी कि पुरेवाल कलोनी ਦੇ ਵਿੱਚ ਕਿਸੇ ਨੇ ਆਪਣੇ ਫਾਦਰ ਤੇ ਹਮਲਾ ਕਰ ਦਿੱਤਾ। ਉਹਨੂੰ ਸ਼ਾਰਪ ਐਜ ਵੈਪਨਸ ਦੇ ਨਾਲ ਜਿਹੜਾ ਜ਼ਖਮੀ ਕੀਤਾ। ਉੱਥੇ ਐਸਐਚਓ ਸਿਟੀ ਦੇ ਮੌਕੇ ਤੇ ਜਾ ਕੇ ਮੈਨੂੰ ਫੋਨ ਤੇ ਉਹਨੇ ਦੱਸਿਆ ਵਾ ਕਿ ਹਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਇੰਜਰਡ ਹੈ, ਉਹਦਾ ਬੇਟਾ ਸਤਿੰਦਰ ਹੈ ਜਿਹੜਾ ਸੱਟਾਂ ਮਾਰ ਕੇ ਤੇ ਫਰਾਰ ਹੋ ਗਿਆ ਵਾ। ਇਹ ਘਰ ਦੇ ਵਿੱਚ 3 ਜਣੇ ਰਹਿੰਦੇ ਸੀਗੇ, ਹਰਜੀਤ ਸਿੰਘ, ਉਹਦੀ ਵਾਈਫ ਤੇ ਉਹਦਾ ਬੇਟਾ। ਉਹਦੀ ਵਾਈਫ ਜਿਹੜੀ ਉਹ ਕਿਸੇ ਕੰਮ ਕਰ ਰਹੀ ਹੈ, ਲੁਧਿਆਣੇ ਗਈ ਹੋਈ ਸੀਗੀ। ਤੇ ਜਿਹੜੇ ਇਹਦੇ 2-3 ਬੱਚੇ ਹੋਰ ਆ, 2 ਬੇਟੇ ਤੇ 1 ਬੇਟੀ, ਉਹ ਅਬਰੋਡ ਨੇ, ਬਾਹਰ ਹੈ। ਇਹਨੂੰ ਇੰਜਰਡ ਨੂੰ ਜਿਹੜਾ ਵਾ ਫਰਦਰ ਰੈਫਰ ਕਰ ਦਿੱਤਾ ਗਿਆ ਅੱਗੇ ਫਰਦਰ ਟ੍ਰੀਟਮੈਂਟ ਲਈ। ਤੇ ਇਹਦਾ ਜਿਹੜਾ ਬੇਟਾ ਹੈ ਉਹ ਭਗੌੜਾ ਹੈ, ਉਹਦੀ ਜਿਹੜੀ ਹੈ ਅਸੀਂ ਪਾਰਟੀਕਲ ਭੇਜਦੇ ਹਾਂ ਉਹਦੀ ਤਲਾਸ਼ ਵਾਸਤੇ। ਤੇ ਇਹਨੂੰ ਜਿਹੜਾ ਇਹ ਸਟੇਟਮੈਂਟ ਲੈ ਕੇ ਇੰਜਰਡ ਦੀ ਤੇ ਅਗਲੀ ਜਿਹੜੀ ਕਾਰਵਾਈ ਅਮਲ ਦੀ ਜਾਏਗੀ। ਸਰ, ਜਿੱਥੇ ਖੂਨ ਵਗੈਰਾ ਡੁੱਲਿਆ ਸੀਗਾ ਉੱਥੇ ਕੋਈ ਹਥਿਆਰ ਵਗੈਰਾ ਵੀ ਮਿਲਿਆ? ਅਜੇ ਤੱਕ ਜਿਹੜਾ ਵਾ ਜੀ ਜਿਹੜੀ ਮੇਰੀ ਟੈਲੀਫੋਨਿਕਲੀ ਗੱਲ ਹੋਈ ਹੈ ਐਸਐਚਓ ਦੇ ਨਾਲ, ਉਹ ਚੱਲ ਰਿਹਾ ਸਾਰਾ, ਉਹ ਮੌਕੇ ਤੇ ਹੀ ਹੈ, ਉਹ ਦੇਖ ਰਿਹਾ ਸਾਰਾ ਕੁਝ। ਉਹ ਦੇਖ ਕੇ ਉਸ ਤੋਂ ਬਾਅਦ ਹੀ ਭਾਜਪਾ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਰਾਉਣ ਦੇ ਲਈ तमाम ਵਿਰੋਧੀ ਧਿਰਾਂ ਇਕਜੁੱਟ ਹੋਣ ਜਾ ਰਹੀਆਂ ਨੇ ਅਤੇ ਭਾਰਤ ਦੇ ਵਿੱਚ ਇੱਕ ਮਹਾਗਠਬੰਧਨ ਹੋ ਸਕਦਾ ਹੈ। ਇਸ ਦੇ ਲਈ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਨੇ। ਇੱਕ ਹੋਰ ਮੀਟਿੰਗ ਦੇ ਲਈ ਪਹੁੰਚੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵੇਲੇ ਦੇਸ਼ ਗੰਭੀਰ ਸਮੱਸਿਆ ਦੇ ਵਿੱਚ ਹੈ ਅਤੇ ਦੇਸ਼ ਨੂੰ ਬਚਾਉਣ ਦੇ ਲਈ ਸਾਰੀਆਂ ਵਿਰੋਧੀ ਧਿਰਾਂ ਦਾ ਇਕਜੁੱਟ ਹੋਣਾ ਜ਼ਰੂਰੀ ਹੈ। यहाँ भाईचारे को कैसे कायम करें, यहाँ जो बंटवारा हो रहा है मजहब के बिना पे, मुसलमान और हिंदू को अलग अलग किया जा रहा है, इसको कैसे हम जोड़ सकेंगे? क्योंकि ये भारत हम सबका है। इट्स यूनिटी इन डाइवर्सिटी, अनेकता में एकता, सब बराबर हैं यहाँ, कोई फर्क नहीं है। उसके लिए हमने लड़ना है। ये देश जब चलेगा आगे तो हम सब इसके साथ होंगे।
तब हम लोग आगे बढ़ेंगे। अकाली दल को लेकर आपके पुराने मित्र है, क्या अकाली दल से बातचीत चल रही है? नए साथी जो देखिए आप मुझे वो सवाल पूछ रहे हैं जिसका मैं जवाब दे नहीं सकता। पहले हम लोग आए हैं, आपस में बैठेंगे और देश को बचाने की सोचेंगे। ये नहीं कि कौन ये करेगा कौन। सबसे बड़ा मुद्दा हमारे सामने है कि देश आगे कैसे चल सकता है, यूनाइटेडली कैसे चल सकता है, और हमारा जो आईन है उसकी प्रोटेक्शन कैसे की जा सकती है, वो हमारा सामने है। एक और सवाल जानना चाहेंगे, जिस तरह से हमने देखा कल प्रधानमंत्री ने एलपीजी गैस में 200 रुपए की छूट दी। देखिए तो क्या ये इलेक्शन तक आप देखेंगे क्या क्या छूटें होंगी। आप देखते जाइए, ये तो शुरुआत है। यहाँ तो जनाब अगर इनसे बनेगा, ये चंद्रयान से पता नहीं क्या क्या नीचे लाएंगे इलेक्शन तक। सर चाइना मैप की बात करें, चाइना ने एक नया मैप जारी किया। देखिए चाइना का अपना रास्ता है। हमने 18 या 19 दफा उनसे बात की, क्या वो हिले? हमने अपनी ताकत पे खड़ा रहना है, अपने पांवों पे रहना है। हमने रूस और अमेरिका पे भरोसा नहीं करना है, हमने अपनी शक्ति पे भरोसा करना है। इसे चाइना जो करेगा करेगा। हम जानते हैं हमारी सरहद कहाँ पर है और उस सरहद को कैसे प्रोटेक्शन करना है। हमारे जवान कर रहे हैं, इस वक्त अपनी जानों पे खेल के वो कर रहे हैं। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੈਟਰੋਲ ਅਤੇ ਡੀਜ਼ਲ ਤੇ ਦੇਸ਼ ਦੀ ਨਿਰਭਰਤਾ ਨੂੰ ਘਟਾਉਣ ਦੇ ਲਈ ਹਾਈਡਰੋਜਨ ਅਤੇ ਬਾਇਓ ਤੇਲ ਵਰਗੇ ਸਾਧਨਾਂ ਦੇ ਉੱਤੇ ਜ਼ੋਰ ਦਿੱਤਾ ਹੈ, ਜਿਸ ਦੇ ਲਈ ਇੱਕ ਕਦਮ ਹੋਰ ਅੱਗੇ ਵਧਦਿਆਂ ਹੋਇਆਂ ਅੱਜ ਗਡਕਰੀ ਨੇ ਭਾਰਤ ਦੇ ਵਿੱਚ ਦੁਨੀਆ ਦੀ ਪਹਿਲੀ ਇਲੈਕਟ੍ਰਿਕ ਫਲੈਕਸ ਫਿਊਲ ਕਾਰ ਲਾਂਚ ਕੀਤੀ ਹੈ। ਇਹ ਕਾਰ ਟੋਇਟਾ ਇਨੋਵਾ ਹੈ ਜੋ ਕਿ 100% ਇਥਾਨੋਲ ਤੇਲ ਤੇ ਚੱਲੇਗੀ। ਇਸ ਤੋਂ 40% ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ, ਜਿਸ ਕਾਰਨ इथेनॉल की कीमत भी घट जाएगी। इंपोर्ट बचेगा, 2 लाख करोड़ की इकोनॉमी जब बन जाएगी। अभी ये जो इथेनॉल रेकर पुरी साहब ने बताया कि 50 से 60 हजार करोड़ रुपए भारत सरकार की बचत हुई, क्योंकि हम लोग पेट्रोल में अभी ये 11.75% आया, 20% तक जाएंगे, और डीजल में भी 15% डालने की बात के बारे में हम आग्रह कर रहे हैं। उसका भी टेक्निकल रिपोर्ट आया है। फिर जनरेटर सेट चलाएंगे तो देश में इथेनॉल की इकोनॉमी पेट्रोल को समाप्त करेगी, और गांव में किसानों ने तैयार किया हुआ इथेनॉल जो ग्रीन फ्यूल है, जिससे प्रदूषण नहीं होता है, जिससे गांव में रोजगार निर्माण होंगे, किसान समृद्धि संपन्न होगा, वो नए युग की शुरुआत इससे होगी। सर भारत में कब से दौड़नी शुरू हो जाएगी सड़क पर ये कार? ये देखो, ये मॉडल डेवलप कर रहे हैं, उनकी टेक्नोलॉजी डेवलप हो गई है। अब मुझे लगता है जल्दी मार्केट में आएगा। सर ये टेक्नोलॉजी इलेक्ट्रिक से बेटर है क्योंकि कम पॉल्यूशन है, तो इसको कोई एडवांटेज? देखिए इलेक्ट्रिक में इसमें कैसा है कि 60% चलते चलते बिजली तैयार करेगा और 40% इथेनॉल पे चलेगा पेट्रोल के बजाय। देखिए मैं आपको बता दूं, हिंदुस्तान एक समुद्र है, हमारे पास 16 लाख करोड़ का फॉसिल फ्यूल का इम्पोर्ट है, इसलिए CNG, LNG, इथेनॉल, मिथेनॉल, बायोडीजल, हाइड्रोजन सब भी करेंगे तो भी पेट्रोल डीजल लगेगा। इसलिए जो मार्ग हमारे इंडिजिनस है, जिससे इंपोर्ट कम होगा, प्रदूषण कम होगा, रोजगार निर्माण होगा, ग्रोथ बढ़ेगी और देश का विकास होगा। आत्मनिर्भर भारत बनाने का जो प्रधानमंत्री का सपना है, उसमें ग्रामीण भारत को शक्तिशाली बनाने का बायोफ्यूल ये सबसे बड़ा ये। ਚੰਦਰਮਾ ਤੇ ਭਾਰਤ ਦੇ ਚੰਦਰਯਾਨ 3 ਦੀ ਸਫਲ ਲੈਂਡਿੰਗ ਪਿੱਛੇ ਇਸਰੋ ਦੇ ਵਿਗਿਆਨੀਆਂ ਦੀ ਸਖਤ ਮਿਹਨਤ ਦਾ ਨਤੀਜਾ ਕਿ ਭਾਰਤ ਚੰਦਰਮਾ ਤੇ ਆਪਣੇ ਵਾਹਨ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਰਿਹਾ ਹੈ, ਪਰ ਕੁਝ ਨਕਲੀ ਲੋਕ ਇਸ ਸਫਲਤਾ ਨੂੰ ਆਪਣੇ फर्जी प्रसिद्धि ਦੇ ਲਈ ਪ੍ਰਚਾਰ ਦੇ ਵੇਖੇ ਗਏ। ਪੁਲਿਸ ਦੀ ਸੂਰਤ ਕ੍ਰਾਈਮ ਬ੍ਰਾਂਚ ਨੇ 30 ਅਗਸਤ ਨੂੰ ਇਸਰੋ ਦੇ ਵਿੱਚ ਵਿਗਿਆਨੀ ਹੋਣ ਦਾ ਝੂਠਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਵਿਅਕਤੀ ਦੀ ਪਛਾਣ ਮਿਤੁਲ ਤ੍ਰਿਵੇਦੀ ਵਜੋਂ ਹੋਈ ਹੈ ਤੇ ਉਸਨੇ ਇਸ ਦੇ ਲਈ ਜਾਲੀ ਦਸਤਾਵੇਜ਼ ਵੀ ਬਣਾਏ ਸਨ। ਸੂਰਤ ਪੁਲਿਸ ਦੇ ਮੁਤਾਬਕ ਮਿਤੁਲ ਨੇ जुर्म कबूल कर लिया। क्राइम ब्रांच द्वारा इसरो को संपर्क किया गया और इसरो की तरफ से एक प्राथमिक ऐसा निवेदन मिला कि ये जो लेटर बनाया गया है वो एक फेक है, उनकी तरफ से ऐसा कोई लेटर इशू नहीं किया गया और एक डिटेल रिप्लाई वो कुछ ही दिनों में हमें देंगे। फिर कल क्राइम ब्रांच ने मितुल त्रिवेदी को अपने चौक बाज़ार ऑफिस में बुलाया था और काफ़ी डिटेल पूछपरछ उसकी की गई। आज ये एस्टेब्लिश हो गया है और उसने कन्फेस भी किया है कि उसने जो ये लेटर बनाया है ये फेक है। वो ये लेटर इसलिए बनाया, वो ट्यूशन क्लासेस पढ़ाता है, उसको लगा कि मैं अगर ऐसा लेटर जो
चिल्ड्रन हैं उनके पेरेंट्स को दिखाऊंगा तो उससे उनके और ज़्यादा बच्चे पढ़ने आएंगे। इसको ध्यान में लेके क्राइम ब्रांच में IPC 465, 467, 468, 471, 419 के तहत मुकदमा दर्ज किया गया है और इसकी तपास SOG द्वारा की गई है और SOG इसको कुछ ही समय में इसको अरेस्ट करेगी और फिर आगे की कार्रवाई करेगी। ਫਿਲਹਾਲ ਦੇਸ਼ ਤੇ ਦੁਨੀਆ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਵੇਖਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਫਿਲਹਾਲ ਮੈਨੂੰ ਦਿਓ ਇਜਾਜ਼ਤ। ਅਗਲੀ ਵਾਰ ਫਿਰ ਮੁਲਾਕਾਤ ਕਰਦੇ ਹਾਂ। ਧੰਨਵਾਦ।